ਜਿਹੜਾ ਗੁਰੂ ਨਾਨਕ ਦੇ ਦਰਸ਼ਨ ਕਰ ਲਵੇ ਉਹਨੂੰ ਫਿਰ ਦਰ-ਦਰ ਭਟਕਣਾ ਨਹੀਂ ਪੈਂਦਾ, ਕਿਉਂਕਿ ਬਾਬੇ ਦੇ ਚਿਹਰੇ ਤੇ ਪ੍ਰਤਾਪ ਹੀ ਇੰਨਾ ਹੈ, ਜਿਹੜਾ ਇੱਕ ਵਾਰ ਬਾਬੇ ਦਾ ਚਿਹਰਾ ਤੱਕ ਲਵੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵੀ ਦੀਦਾਰੇ ਕੋਈ ਭਾਵਨਾ ਨਾਲ ਕਰੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਵੀ ਜਨਮਾਂ ਜਨਮਾਂ ਦੇ ਦੁੱਖ ਕੱਟਦੇ ਨੇ। ਇੱਕ ਕਵੀ ਹੋਏ ਨੇ ਹੰਸ ਜੀ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤੇ ਐਸੇ ਦਿਆਲਤਾ ਦੇ ਮਾਲਕ ਨੇ, ਅਤ ਦੀਨਨ ਕੀ ਦੁਰਦੇਖ ਦਸ਼ਾ, ਕਲ ਕ੍ਰਿਤ ਕਰੀ ਸੋ ਅਚਾਨਕ ਕੀ, ਸ਼ੁਭ ਬਾਣੀ ਰਚੀ ਮੁਖਾਰ ਬਿੰਦ ਸੇ, ਸੋ ਅਮੋਗ ਅਕਥ ਨਾ ਜਾਨਕ ਕੀ, ਕਵੀ ਹੰਸ ਆਹਾਰ ਮ੍ਰਿਗਾਰ ਕਹੈ, ਬਲਿਹਾਰ ਜੋ ਮੂਰਤ ਨਾਨਕ ਕੀ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰ ਤੇ ਕੋਈ ਦੁਖੀ ਆ ਜਾਵੇ, ਫਰਿਆਦ ਲੈ ਕੇ, ਅਰਦਾਸ ਲੈ ਕੇ, ਬੇਨਤੀ ਲੈ ਕੇ, ਕਹਿੰਦੇ ਬਾਬੇ ਦੀ ਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਹ ਤਾਕਤ ਹੈ, ਜਿਹੜਾ ਭਾਵਨਾ ਦੇ ਨਾਲ ਬਾਬੇ ਦੇ ਦਰਬਾਰ 'ਚ ਬਾਬੇ ਦੀ ਬਾਣੀ ਸੁਣ ਲਵੇ, ਜਪਜੀ ਸਾਹਿਬ ਦਾ ਪਾਠ ਕਰ ਲਵੇ, ਕਹਿੰਦੇ ਫਿਰ ਉਹਦੇ ਦੁੱਖ ਕੱਟੇ ਜਾਂਦੇ ਨੇ, ਉਹਦੀ ਝੋਲੀ ਖਾਲੀ ਨਹੀਂ ਜਾਂਦੀ। ਉਹ ਕਹਿੰਦਾ ਕਵੀ ਹੰਸ ਆਹਾਰ ਮ੍ਰਿਗਾਰ ਕਹੈ, ਬਲਿਹਾਰ ਜੋ ਮੂਰਤ ਨਾਨਕ ਕੀ, ਮੈਂ ਐਸੇ ਖੁਦਾ ਗੁਰੂ ਨਾਨਕ ਦੀ ਚਿਹਰੇ ਦੀ ਵਡਿਆਈ ਤੋਂ, ਪ੍ਰਤਾਪ ਤੋਂ ਬਲਿਹਾਰੇ ਜਾਨਾ। ਇਹ ਵਡਿਆਈ ਹੈ, ਇਹ ਨੂਰਾਨੀ ਚਿਹਰਾ ਹੈ ਗੁਰੂ ਨਾਨਕ ਸਾਹਿਬ ਦਾ। ਤੇਰਾ ਰੂਪ ਹੈ ਰੱਬ ਦਾ ਰੂਪ ਬਾਬਾ, ਤੇਰੀ ਨੁਹਾਰ ਦੇ ਵਿੱਚ ਇਲਾਹੀ ਪ੍ਰਤਾਪ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਰੂਪ ਕੋਈ ਮਾਮੂਲੀ ਰੂਪ ਨਹੀਂ, ਇਹ ਰੱਬ ਦਾ ਰੂਪ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤਾਪ ਤੇ ਉਹ ਪ੍ਰਤਾਪ ਹੈ, ਨੂਰਾਨੀ ਚਿਹਰਾ ਹੈ, ਜਿਹੜਾ ਆਪਣੇ ਵੱਲ ਖਿੱਚਦਾ ਹੈ, ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਖਾਲਸਾ ਜੀ, ਮੈਂ ਇੱਕ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਾਂਝੀ ਕਰਾਂ। ਇੱਕ ਤਾਜਦੀਨ ਹੋਇਆ, ਉਹਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਚਿਹਰਾ ਤੱਕਿਆ ਨਾ, ਫਿਰ ਉਹ ਗੁਰੂ ਨਾਨਕ ਦਾ ਹੀ ਹੋ ਕੇ ਰਹਿ ਗਿਆ। ਮੱਕੇ ਮਦੀਨੇ ਤੋਂ 1000 ਮੀਲ ਦੂਰ ਇੱਕ ਇਨੂਲਸ ਸ਼ਹਿਰ ਵਸਦਾ। ਉਹ ਤਾਜਦੀਨ ਕਹਿੰਦਾ ਮੈਂ ਨਮਾਜ਼ ਅਦਾ ਕਰਨ ਲਈ ਜਾ ਰਿਹਾ ਸਾਂ, ਉੱਥੇ ਬੰਜਰ ਜ਼ਮੀਨ ਸੀ। ਕਹਿੰਦਾ ਮੈਂ ਵੇਖਿਆ 2 ਫਕੀਰ ਨੇ, ਇੱਕ ਰਬਾਬੀ ਹੈ, ਰਬਾਬ ਵਜਾ ਰਿਹਾ ਹੈ, ਇੱਕ ਇਲਾਹੀ ਪ੍ਰਤਾਪ ਵਾਲਾ ਫਕੀਰ ਹੈ, ਰੱਬੀ ਸਰੂਰ ਦੇ ਵਿੱਚ ਸਰੂਰਿਆ, ਰੱਬੀ ਰੰਗ ਵਿੱਚ ਸਰੂਰਿਆ, ਚਿਹਰੇ ਤੇ ਚਮਕ ਹੈ, ਪ੍ਰਤਾਪ ਹੈ, ਤੇਜ ਹੈ। ਕਹਿੰਦਾ ਮੈਂ ਨਮਾਜ਼ ਅਦਾ ਕਰਨੀ ਸੀ, ਨਮਾਜ਼ ਦਾ ਸਮਾਂ ਹੋਣ ਵਾਲਾ ਸੀ। ਕਹਿੰਦਾ ਮੈਂ ਉਹਨਾਂ ਫਕੀਰਾਂ ਵੱਲ ਤੱਕਿਆ ਤੇ ਮੈਂ ਵੇਖਦਾ ਹੀ ਰਹਿ ਗਿਆ, ਮੇਰਾ ਦਿਲ ਹੀ ਨਹੀਂ ਕੀਤਾ ਮੈਂ ਕਦਮ ਅਗਾਂਹ ਨੂੰ ਰੱਖਾਂ। ਬਸ ਇਹ ਭਾਵਨਾ ਸਾਡੀ ਵੀ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਵੇਖੀਏ ਨਾ, ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਲਈਏ, ਹੋਰ ਕੁਝ ਵੇਖਣ ਦੀ ਚਾਹਤ ਹੀ ਨਾ ਹੋਵੇ, ਕੇਵਲ ਤੇ ਕੇਵਲ ਅੱਖਾਂ ਗੁਰੂ ਗ੍ਰੰਥ ਸਾਹਿਬ ਤੇ ਟਿਕੀਆਂ ਹੋਣ। ਤਾਜਦੀਨ ਕਹਿੰਦਾ ਮੈਂ ਬਾਬੇ ਨੂੰ ਵੇਖਿਆ, ਮੇਰੇ 'ਚ ਹਿੰਮਤ ਹੀ ਨਹੀਂ ਹੋਈ ਮੈਂ ਕਦਮ ਅਗਾਂਹ ਰੱਖਾਂ। ਕਹਿੰਦਾ ਮੈਂ ਬਾਬੇ ਕੋਲ ਬਹਿ ਗਿਆ। ਗੁਰੂ ਨਾਨਕ ਸਾਹਿਬ ਦੀ ਗੱਲ ਕਰਦਾ, ਕਹਿੰਦੇ ਬਾਬੇ ਦੇ ਬੋਲਾਂ 'ਚ ਮਿਠਾਸ ਸੀ, ਬਾਬੇ ਦੇ ਨੇਤਰਾਂ ਦੇ ਵਿੱਚ ਉਹ ਤਾਕਤ ਸੀ, ਸੱਚਮੁੱਚ ਜਿਹੜੀ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦੀ ਹੈ। ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਰਿਹਾ ਸਾਂ, ਇਤਨੇ ਨੂੰ ਮੈਨੂੰ ਫਿਰ ਤੋਂ ਅੰਦਰ ਫੁਰਨਾ ਆਇਆ ਕਿ ਨਮਾਜ਼ ਅਦਾ ਕਰਨ ਦਾ ਸਮਾਂ ਹੋ ਰਿਹਾ, ਕਿਉਂ ਨਾ ਚੱਲਾਂ। ਉਜੂ ਗੁਜ਼ਾਰਨੀ ਹੈ, ਉਜੂ ਤੋਂ ਭਾਵ 5 ਇਸ਼ਨਾਨਾ, ਉੱਠ ਫਰੀਦਾ ਉਜੂ ਸਾਜ ਸੁਬੇ ਨਵਾਜ਼ ਗੁਜ਼ਾਰ। ਨਮਾਜ਼ ਅਦਾ ਕਰਨ ਤੋਂ ਪਹਿਲਾਂ ਉਜੂ ਗੁਜ਼ਾਰਦੇ, 5 ਇਸ਼ਨਾਨਾ ਕਰਦੇ ਨੇ। ਕਹਿੰਦੇ ਮੈਂ ਉੱਠਣ ਲੱਗਾ ਤੇ ਗੁਰੂ ਨਾਨਕ ਸਾਹਿਬ ਦਾ ਉਹ ਬਚਨ ਸੁਣ ਕੇ ਮੈਂ ਹੈਰਾਨ ਰਹਿ ਗਿਆ। ਕਹਿੰਦਾ ਫਕੀਰ ਮੈਂ ਵੀ ਬੜੇ ਵੇਖੇ, ਆ ਪਹਿਲਾ ਫਕੀਰ ਬਾਬਾ ਨਾਨਕ ਵੇਖਿਆ, ਜਿਸ ਦੇਸ਼ ਵਿੱਚ ਜਾਂਦਾ ਹੈ ਉਸ ਦੇਸ਼ ਦੇ ਲੋਕਾਂ ਨੂੰ ਉਸੇ ਦੇਸ਼ ਦੀ ਬੋਲੀ ਦੇ ਵਿੱਚ ਬੋਲ ਕੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ। ਕਹਿੰਦਾ ਮੈਂ ਉੱਠਣ ਲੱਗਾ ਤੇ ਗੁਰੂ ਨਾਨਕ ਸਾਹਿਬ ਮਿਸਰ ਭਾਸ਼ਾ ਦੇ ਵਿੱਚ ਹੀ ਬੋਲਦੇ, ਕਹਿੰਦੇ ਕੁਨਾ ਬੈਠ ਜਾ, ਕਿੱਥੇ ਜਾ ਰਹੇ ਆ। ਕਹਿੰਦਾ ਮੈਂ ਬੈਠ ਗਿਆ। ਮੈਂ ਫਿਰ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਰਿਹਾ ਸਾਂ, ਮੇਰੀ ਸੁਰਤ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕ ਗਈ। ਕਹਿੰਦਾ ਇਤਨੇ ਨੂੰ ਫਿਰ ਫੁਰਨਾ ਆਇਆ ਵੀ ਸਮਾਂ ਲੰਘ ਰਿਹਾ, ਚੱਲ ਮਣਾ ਉੱਠ। ਕਹਿੰਦਾ ਮੈਂ ਫਿਰ ਉੱਠਣ ਲੱਗਾ ਤੇ ਬਾਬਾ ਨਾਨਕ ਫਿਰ ਮੁਸਕਰਾ ਕੇ ਬੋਲਿਆ, ਵਲੇ ਤਾਜ ਹੂ ਕਿਨਾ, ਕਿੱਧਰ ਚੱਲਾਂ, ਤੇਰਾ ਹਜੇ ਜਾਣ ਦਾ ਸਮਾਂ ਨਹੀਂ, ਬੈਠ ਜਾ, ਖੁਦਾ ਦੀ ਸਿਫਤ ਕਰ, ਖੁਦਾ ਦੀ ਇਬਾਦਤ ਕਰ। ਕਹਿਣ ਲੱਗਾ ਮੈਂ ਹੱਥ ਜੋੜ ਕੇ ਕਿਹਾ, ਸਾਈਂ ਨਮਾਜ਼ ਅਦਾ ਕਰਨ ਦਾ ਸਮਾਂ ਹੋ ਰਿਹਾ ਹੈ, ਪਾਣੀ ਦੀ ਤਲਾਸ਼ ਵਿੱਚ ਆ, ਬੰਜਰ ਜ਼ਮੀਨ ਹੈ, ਪਾਣੀ ਨਹੀਂ ਇੱਥੇ ਨੇੜੇ ਤੇੜੇ, ਮੈਂ ਪਾਣੀ ਲੱਭ ਰਿਹਾ
ਤਾਂ ਕਿ ਉਜੂ ਗੁਜ਼ਾਰ ਕੇ ਨਮਾਜ਼ ਅਦਾ ਕਰ ਸਕਾਂ। ਤੇ ਕਹਿੰਦਾ ਮੈਂ ਹੈਰਾਨ ਰਹਿ ਗਿਆ, ਐਸੀ ਭਾਵਨਾ, ਐਸਾ ਸਿਦਕ ਭਰਨ ਵਾਲਾ ਫਕੀਰ ਮੈਂ ਪਹਿਲੀ ਵਾਰ ਵੇਖਿਆ। ਕਹਿੰਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਲਾ ਤੁਕੰਨਾ ਤੂੰ ਮਾਰ ਦੋ ਮੁਤੱਲਾ, ਤੈਨੂੰ ਆਪਣੀ ਇਬਾਦਤ ਤੇ ਭਰੋਸਾ ਨਹੀਂ। ਕਹਿੰਦੇ ਤੇਰੀ ਇਬਾਦਤ ਵਿੱਚ ਸ਼ਿੱਦਤ ਹੋਣੀ ਚਾਹੀਦੀ ਹੈ, ਖੁਦਾ ਦੀ ਇਬਾਦਤ ਵਿੱਚ ਤਾਕਤ ਹੈ, ਉਹ ਬੰਜਰ ਜ਼ਮੀਨਾਂ ਦੇ ਵਿੱਚੋਂ ਦਰਿਆ ਪ੍ਰਗਟ ਕਰ ਦਿੰਦਾ। ਕਹਿੰਦਾ ਮੈਂ ਹੈਰਾਨ ਸੀ। ਸਤਿਗੁਰੂ ਕਹਿਣ ਲੱਗੇ, ਹਿਨਾ ਐਬ ਚਸ਼ਮੇ ਬੇਅਸਾਰ ਅਸਤ। ਕਹਿੰਦੇ ਇੱਕ ਵਾਰ ਖੁਦਾ ਨੂੰ ਆਵਾਜ਼ ਲਾ ਕੇ ਤਾਂ ਵੇਖ, ਉਹ ਖੁਦਾ ਇੱਥੇ ਹੀ ਪਾਣੀ ਦਾ ਚਸ਼ਮਾ ਪ੍ਰਗਟ ਕਰ ਦੇਵੇਗਾ। ਕਹਿੰਦਾ ਮੈਂ ਇਹ ਬਚਨ ਸੁਣ ਕੇ ਚਰਨਾਂ ਤੇ ਨਮਸਕਾਰ ਕੀਤੀ। ਕਹਿੰਦਾ ਮੈਨੂੰ ਨਮਾਜ਼ ਗੁਜ਼ਾਰਨੀ ਭੁੱਲ ਗਈ, ਪਰ ਕਹਿੰਦਾ ਬਾਬੇ ਨੂੰ ਚੇਤੇ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਮਰਦਾਨਿਆ ਆ ਪਕੜ ਮੇਰਾ ਆਸਾ। ਆਸਾ ਤੋਂ ਭਾਵ ਸੋਟੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਆਸਾ ਪਕੜ, ਸਾਹਮਣੇ ਜੋ ਪੱਥਰ ਪਿਆ ਹੈ ਉਸ ਪੱਥਰ ਨੂੰ ਹਿਲਾ, ਥੋੜਾ ਜਿਹਾ ਹਿਲਾ, ਪਾਣੀ ਦਾ ਚਸ਼ਮਾ ਪ੍ਰਗਟ ਹੋਏਗਾ। ਕਹਿੰਦੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦਾ ਆਸਾ ਪਕੜਿਆ ਖਾਲਸਾ ਜੀ, ਔਰ ਜਾ ਕਰਕੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਪੱਥਰ ਨੂੰ ਹਿਲਾਇਆ, ਪਾਣੀ ਦਾ ਚਸ਼ਮਾ ਪ੍ਰਗਟ ਹੋਇਆ, ਪਾਣੀ ਬਾਹਰ ਆਇਆ, ਗੁਰੂ ਨਾਨਕ ਦੇ ਚਰਨਾਂ ਨੂੰ ਛੂਹਿਆ ਤੇ ਪਾਣੀ ਨੇ ਵੀ ਗੁਰੂ ਨਾਨਕ ਦੇ ਚਰਨਾਂ ਨੂੰ ਨਮਸਕਾਰ ਕੀਤਾ। ਮੈਂ ਕਈ ਵਾਰ ਸੋਚਦਾ ਇਹ ਸਾਡੇ ਬਾਬੇ ਦੀ ਅਜ਼ਮਤ ਹੈ। ਬਾਬਾ ਤੇ ਬੰਜਰ ਜ਼ਮੀਨਾਂ 'ਚੋਂ ਪਾਣੀ ਦੇ ਚਸ਼ਮੇ ਪ੍ਰਗਟ ਕਰਦਾ ਹੈ। ਤੇ ਵੇਖੋ ਜਿੱਥੇ ਪਾਣੀ ਠੰਡਾ ਹੈ ਉਸ ਜਗ੍ਹਾ ਤੇ ਜਾ ਕੇ ਸਾਡਾ ਗੁਰੂ ਨਾਨਕ ਗਰਮ ਪਾਣੀ ਦੇ ਚਸ਼ਮੇ ਵੀ ਪ੍ਰਗਟ ਕਰ ਦਿੰਦਾ ਮਣੀਕਰਨ ਸਾਹਿਬ। ਤੇ ਜਿੱਥੇ ਪਾਣੀ ਗਰਮ ਹੈ, ਗਿਆ ਪਟਨਾ ਸਾਹਿਬ ਤੋਂ ਅੱਗੇ ਹੈ ਗਿਆ, ਉੱਥੇ ਸਾਰੇ ਪਾਣੀ ਦੇ ਚਸ਼ਮੇ ਗਰਮ ਪਾਣੀ ਦੇ ਨੇ, ਉੱਥੇ ਠੰਡਾ ਪਾਣੀ ਨਹੀਂ ਮਿਲਦਾ। ਤੇ ਉਸ ਜਗ੍ਹਾ ਦੇ ਉੱਤੇ ਕੇਵਲ ਤੇ ਕੇਵਲ ਇੱਕੋ ਥਾਂ ਠੰਡਾ ਪਾਣੀ ਮਿਲੇਗਾ ਜਿੱਥੇ ਬਾਬੇ ਨਾਨਕ ਦੇ ਚਰਨ ਪਏ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ। ਵੇਖੋ ਬਾਬਾ ਤੇ ਪਾਣੀ ਨਹੀਂ ਠਾਰਦਾ ਕੱਲੇ, ਬਾਬਾ ਤਪਦੇ ਹੋਏ ਹਿਰਦੇ ਵੀ ਠਾਰ ਦਿੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਹਿਰਦੇ ਹੰਕਾਰ ਨਾਲ ਤਪਦੇ ਨੇ, ਸਤਿਗੁਰੂ ਉਹਨਾਂ ਦੇ ਹਿਰਦੇ ਵੀ ਠਾਰਦੇ। ਕਹਿੰਦਾ ਮੈਂ ਉਜੂ ਗੁਜ਼ਾਰੀ, ਨਮਾਜ਼ ਅਦਾ ਕਰਨ ਲੱਗਾ, ਮੈਂ ਸੁਭਾਵਕ ਹੀ ਪੁੱਛ ਲਿਆ, ਸਾਈਂ ਜੀ ਤੁਸਾਂ ਨਮਾਜ਼ ਅਦਾ ਨਹੀਂ ਕਰਨੀ? ਤੇ ਕਹਿੰਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹੁਣ ਨਮਾਜ਼ ਅਦਾ ਕਰਾਂਗਾ ਤੇ ਮੱਕੇ ਜਾ ਕੇ ਕਰਾਂਗਾ। ਤੇ ਕਹਿੰਦਾ ਮੈਂ ਕਿਹਾ ਬਾਬਾ ਜੀ ਮੱਕਾ ਮਦੀਨਾ ਇੱਥੋਂ 1000 ਮੀਲ ਦੂਰ ਹੈ, ਕਈ ਘੰਟਿਆਂ ਦਾ ਸਫ਼ਰ ਹੈ, ਉੱਥੋਂ ਤੱਕ ਪਹੁੰਚਾਂਗੇ ਕਿਵੇਂ? ਨਮਾਜ਼ ਦਾ ਸਮਾਂ ਤੇ ਹੋਣ ਵਾਲਾ ਹੈ। ਕਹਿੰਦੇ ਬਸ ਹਜੇ ਮੈਂ ਮੂੰਹ ਚੋਂ ਬਚਨ ਹੀ ਕੱਢੇ ਸਨ, ਅਚਾਨਕ ਗੁਰੂ ਨਾਨਕ ਦੇ ਚਿਹਰੇ ਤੇ ਪ੍ਰਤਾਪ ਵਧਿਆ, ਮੇਰੀਆਂ ਅੱਖਾਂ ਮੀਚੀਆਂ ਗਈਆਂ, ਜਿਸ ਤਰ੍ਹਾਂ ਦੌਲਤਾ ਦਾਈ ਦੀਆਂ ਅੱਖਾਂ ਮੀਟੀਆਂ ਗਈਆਂ ਸੀ ਨਾ। ਬੜ ਪ੍ਰਕਾਸ਼ ਅਚਾਨਕ ਥਾਇਓ, ਧਾਏ ਦੇਖ ਸੋ ਨੈਣ ਮਿਚਾਇਓ। ਕਹਿੰਦੇ ਜਦੋਂ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਐਸਾ ਪ੍ਰਤਾਪ ਸੀ, ਕਹਿੰਦੇ ਲੱਖਾਂ ਸੂਰਜਾਂ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਐਂ ਨਹੀਂ ਲਿਖਿਆ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਸੱਚਮੁੱਚ ਇਹ ਸੂਰਜਾਂ ਦਾ ਵੀ ਸੂਰਜ ਹੈ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ। ਕਹਿਣ ਲੱਗਾ ਮੇਰੀਆਂ ਅੱਖਾਂ ਮੀਚੀਆਂ ਗਈਆਂ, ਸਰੀਰ ਹੌਲਾ ਪੈ ਗਿਆ। ਕਹਿੰਦਾ ਕੁਝ ਪਲਾਂ ਬਾਅਦ ਜਦੋਂ ਅੱਖਾਂ ਖੁੱਲੀਆਂ, ਸਾਹਮਣੇ ਮੱਕਾ ਮਦੀਨਾ ਸੀ, ਸਾਹਮਣੇ ਕਾਬਾ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਖੁਦਾ ਦੀ ਇਬਾਦਤ ਕੀਤੀ, ਖੁਦਾ ਦੀ ਸਿਫਤ ਕੀਤੀ। ਕਹਿੰਦਾ ਮੈਂ ਰੱਬੀ ਕੋਤਕ ਵੇਖ ਰਿਹਾ ਸਾਂ ਬਾਬੇ ਦੇ। ਕੈਸੇ ਕੋਤਕ ਨੇ ਗੁਰੂ ਨਾਨਕ ਸਾਹਿਬ ਦੇ? ਕਹਿੰਦਾ ਰੱਬ ਦੀ ਸਿਫਤ ਕਰ ਰਹੇ ਸੀ, ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ। ਖੁਦਾ ਦੀ ਸਿਫਤ ਕਰਦੇ ਕਰਦੇ ਗੁਰੂ ਨਾਨਕ ਸਾਹਿਬ ਲੇਟ ਗਏ, ਲੰਮੇ ਪੈ ਗਏ ਜ਼ਮੀਨ ਤੇ, ਕਾਬੇ ਵੱਲ ਗੁਰੂ ਨਾਨਕ ਦੇ ਚਰਨ ਹੋ ਗਏ। ਤੇ ਕਹਿੰਦੇ ਇੱਕ ਸੇਵਾਦਾਰ ਝਾੜੂ ਫੇਰ ਰਿਹਾ ਸੀ, ਤੇ ਜਦੋਂ ਵੇਖਿਆ ਵੀ ਇੱਕ ਫਕੀਰ ਨੇ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਨੇ, ਤੇ ਕਹਿੰਦੇ ਤੱਕ ਕੇ ਮਜੋਰਾ ਕਿਹਾ, ਸੁੱਤਾ ਇਹ ਕਾਫਰ ਕੌਣ ਹੈ? ਰੱਬ ਦੇ ਘਰ ਵੱਲ ਪੈਰ ਕਰਕੇ ਤੋਬਾ, ਇਹ ਕਿਹੜਾ ਸੋਣ ਹੈ? ਰੱਬ ਦੇ ਘਰ ਵੱਲ ਪੈਰ ਕਰਕੇ, ਖੁਦਾ ਦੇ ਘਰ ਵੱਲ ਪੈਰ ਕਰਕੇ ਖੁਦਾ ਦੇ ਘਰ ਦੀ ਤੋਹੀਨ ਕੀਤੀ ਹੈ। ਕਹਿੰਦੇ ਜੀ ਉੱਥੇ ਹਾਹਾਕਾਰ ਮਚ ਗਈ, ਉੱਥੇ ਰੋਲਾ ਪੈ ਗਿਆ ਵੀ ਖੁਦਾ ਦੇ ਘਰ ਦੀ ਤੋਹੀਨ ਕੀਤੀ ਗਈ। ਭੀੜ ਇਕੱਠੀ ਹੋਈ, ਉਹਨੇ ਬਹੁਤ ਬਚਨ ਉੱਥੇ ਲਿਖੇ। ਕਹਿੰਦੇ ਇੱਕ ਵਾਰ ਕ੍ਰੋਧ ਦੀ ਭਾਵਨਾ ਲੈ ਕੇ ਗੁਰੂ ਨਾਨਕ ਸਾਹਿਬ ਵੱਲ
ਭੀੜ ਵੱਧ ਵੀ ਰਹੀ ਸੀ ਕ੍ਰੋਧ ਦੀ ਭਾਵਨਾ ਨਾਲ, ਪਰ ਕਹਿੰਦੇ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਦੇ ਕੋਲ ਵੱਧਦੇ ਸੀ ਕਦਮ ਉਹਨਾਂ ਦੇ ਹੌਲੀ ਹੋਈ ਜਾਣ, ਤੇ ਕਹਿੰਦਾ ਬਸ ਠੀਕ ਗੁਰੂ ਨਾਨਕ ਸਾਹਿਬ ਤੋਂ 100 ਕਦਮ ਪਹਿਲਾਂ ਉਹ ਰੁਕ ਗਏ, ਉਹਨਾਂ ਦੇ ਕਦਮ ਅਗਾਂਹ ਨਹੀਂ ਹੋਏ, ਅੱਗੇ ਵੱਧ ਹੀ ਨਹੀਂ ਸਕੇ। ਕਹਿੰਦੇ ਉੱਥੇ ਫਿਰ ਕਾਜੀ ਰੁਕਨਦੀਨ ਸੀ। ਕਾਜੀ ਰੁਕਨਦੀਨ ਸਮਝ ਗਿਆ ਇਹ ਕੋਈ ਮਾਮੂਲੀ ਫਕੀਰ ਨਹੀਂ, ਖੁਦਾ ਦੀਆਂ ਨਿਆਮਤਾਂ ਦਾ ਮਾਲਕ ਹੈ। ਕਹਿੰਦੇ ਫਿਰ ਕਾਜੀ ਰੁਕਨਦੀਨ ਨੇ ਸਿਜਦਾ ਕੀਤਾ ਖੁਦਾ ਨੂੰ, ਤੇ ਫਿਰ ਕਾਜੀ ਰੁਕਨਦੀਨ ਤੇ ਤਾਜਦੀਨ ਜਿਨ੍ਹਾਂ ਨੇ ਇਹ ਸਾਰੀ ਘਟਨਾ ਆਪਣੇ ਅੱਖੀਂ ਵੇਖੀ, ਕਹਿੰਦੇ ਕਾਜੀ ਰੁਕਨਦੀਨ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਆਇਆ। ਭਾਵੇਂ ਇਹ ਪ੍ਰਸੰਗ ਵੀ ਆਉਂਦਾ ਹੈ ਕਿ ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਕਿ ਗੁਰੂ ਨਾਨਕ ਸਾਹਿਬ ਦੇ ਇਸ ਕੋਤਕ ਬਾਰੇ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਇੱਕ ਵਾਰ ਆ ਕਰਕੇ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਦੂਸਰੇ ਪਾਸੇ ਘਸੀਟਿਆ ਵੀ ਗਿਆ ਬੇਰਹਿਮੀ ਦੇ ਨਾਲ, ਪਰ ਉਦੋਂ ਫਿਰ ਹੱਥ ਜੋੜ ਗਏ, ਜਿੱਧਰ ਗੁਰੂ ਨਾਨਕ ਦੇ ਚਰਨ ਕਰਦੇ ਉਧਰ ਹੀ ਕਾਬਾ ਜਾਂਦਾ। ਨਾਨਕ ਪੈਰ ਪਸਾਰੇ ਕੀ ਗੜ ਭਰਮ ਦਾਸੀ ਟੁੱਟ ਗਿਆ, ਮਨ ਫਿਰ ਗਏ ਲੋਕਾਂ ਦੇ ਸੱਚ ਜਾਣੋ ਮੱਕਾ ਹੀ ਫਿਰ ਗਿਆ। ਸੱਚਮੁੱਚ ਕਾਬਾ ਹੀ ਨਹੀਂ ਮੱਕਾ ਹੀ ਨਹੀਂ, ਉੱਥੇ ਲੋਕਾਂ ਦੇ ਮਨ ਵੀ ਫਿਰ ਗਏ। ਤੇ ਕਹਿੰਦੇ ਇਸ ਕੋਤਕ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਕਾਜੀ ਰੁਕਨਦੀਨ, ਕਹਿੰਦਾ ਰੱਬ ਦੇ ਘਰ ਵੱਲ ਪੈਰ ਕੀਤੇ ਨੇ, ਮਜ਼ਹਬ ਕੀ ਹੈ? ਫਲੱਲਾ ਅੱਲਾ ਮਜ਼ਹਬ ਹੂ, ਕੀ ਮਜ਼ਹਬ ਹੈ ਤੁਹਾਡਾ? ਕਿਸ ਮਜ਼ਹਬ ਦੇ ਪੈਰੋਕਾਰ ਹੋ? ਰੱਬ ਦੇ ਘਰ ਦੀ ਤੋਹੀਨ ਕਰ ਦਿੱਤੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਕਾਜੀ ਅਬੂਲ ਲਾ ਅੱਲਾ ਮਜ਼ਹਬ ਬਾਹੂ, ਦੁਨੀਆ ਦਾ ਮਜ਼ਹਬ ਨਹੀਂ, ਮੈਂ ਰੱਬ ਦਾ ਖੁਦਾ ਦਾ ਬੰਦਾ ਹਾਂ। ਸੱਚ ਹੈ ਖਾਲਸਾ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹੀ ਸਿਖਾਇਆ ਵੀ ਤੂੰ ਖੁਦਾ ਦਾ, ਤੂੰ ਰੱਬ ਦਾ ਹੋ ਜਾ, ਬੰਦਿਆਂ ਦਾ ਬੰਦਾ ਨਾ ਹੋ, ਤੂੰ ਰੱਬ ਦਾ ਬੰਦਾ ਹੋ। ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਜਿਹਨੂੰ ਫਿਰ ਰੱਬ ਦਾ ਬੰਦਾ ਬਣਾਇਆ, ਉਹਨੇ ਫਿਰ 700 ਸਾਲ ਤੋਂ ਜਿਹੜੇ ਮੁਗਲ ਹਕੂਮਤ ਰਾਜ ਕਰ ਰਹੀ ਸੀ ਨਾ, ਬੰਦਾ ਸਿੰਘ ਬਹਾਦਰ ਨੇ ਜੜ੍ਹਾਂ ਪੱਟ ਕੇ ਰੱਖ ਦਿੱਤੀ। ਇਹ ਤਾਕਤ ਹੁੰਦੀ ਹੈ ਜਦੋਂ ਬੰਦਾ ਰੱਬ ਦਾ ਹੋ ਜਾਂਦਾ ਹੈ, ਖੁਦਾ ਦਾ ਹੋ ਜਾਂਦਾ ਹੈ।